ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਸਫਰ ਇੰਡੀਆ ਟੂ ਆਸਟ੍ਰੇਲੀਆ। ਜੀ ਹਾਂ, ਬਿਲਕੁਲ ਸਾਡੇ ਪ੍ਰੋਗਰਾਮ ਦਾ ਇਹ ਦੂਜੀ ਲੜੀ ਹੈ ਜਿਹਦੇ ਨਾਲ ਅਸੀਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਤੇ ਗੱਲਾਂ ਬਾਤਾਂ ਲਈ ਅਸੀਂ ਬਿਲਕੁਲ ਤਿਆਰ ਬੈਠੇ ਹਾਂ ਤੇ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈ। ਸਾਡੇ ਵਿਚਕਾਰ ਮੌਜੂਦ ਨੇ ਅਮਨ ਮੋਂਗਾ ਜੀ ਤੇ ਚਾਰਵੀ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਦਰਸ਼ਕਾਂ ਨੂੰ ਦੱਸ ਦਈਏ ਕਿ ਇੱਕ ਅਜਿਹਾ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਜ਼ਿੰਦਗੀ ਦੇ ਤਜਰਬੇ ਨੂੰ ਲੋਕਾਂ ਦੇ ਨਾਲ ਸਾਂਝਾ ਕਰਦੇ ਹਾਂ। ਸੋ ਆਓ ਸਾਂਝ ਪਾਉਂਦੇ ਹਾਂ ਜੀ। ਅਮਨ ਮੋਂਗਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਸਫਰ ਇੰਡੀਆ ਤੋਂ ਆਸਟ੍ਰੇਲੀਆ ਦੇ ਵਿੱਚ। ਥੈਂਕ ਯੂ ਸੋ ਮਚ ਇੰਡੋਜ਼ ਟੀਵੀ, ਤੁਸੀਂ ਸਾਨੂੰ ਇਨਵਾਈਟ ਕੀਤਾ ਜੀ ਇੱਥੇ। ਪੰਜਾਬ ਤੋਂ ਕਿੱਥੋਂ? ਪੰਜਾਬ ਤੋਂ ਜੀ ਮੈਂ, ਉਹ ਵੀ ਇੰਟਰਸਟਿੰਗ ਹੈ ਜੀ ਕਿ ਅਸੀਂ ਪੰਜਾਬ ਤੇ ਹਰਿਆਣੇ ਦੇ ਬਾਰਡਰ ਤੇ ਇੱਕ ਛੋਟਾ ਜਿਹਾ ਸਿਟੀ ਹੈ ਜੀ ਮੰਡੀ ਡੱਬ ਵਾਲੀ, ਮੈਂ ਉੱਥੋਂ ਬਿਲੋਂਗ ਕਰਦਾ। ਮੰਡੀ ਡੱਬ ਵਾਲੀ? ਹਾਂਜੀ। ਅੱਛਾ, ਕਿਹੜੇ ਡਿਸਟ੍ਰਿਕਟ ਦੇ ਵਿੱਚ ਪੈਂਦਾ? ਇਹ originally ਡਿਸਟ੍ਰਿਕਟ ਸਿਰਸਾ ਹੈ ਜੀ, which is in ਹਰਿਆਣਾ ਤੇ ਬਟ ਮਤਲਬ ਇਹ ਬਾਰਡਰ ਦੇ ਉੱਪਰ ਹੈ ਜੀ। ਸਾਨੂੰ ਇੱਕ ਗਲੀ ਛੱਡ ਕੇ ਸਾਡੇ ਘਰ ਦੀ ਪੰਜਾਬ ਸ਼ੁਰੂ ਹੋ ਜਾਂਦਾ ਜੀ। ਕੀ ਬਾਤ ਹੈ, ਵੈਰੀ ਇੰਟਰਸਟਿੰਗ। ਤੇ ਪੜ੍ਹਾਈ ਕਿੱਥੋਂ ਕੀਤੀ ਫਿਰ ਤੁਸੀਂ? ਪੜ੍ਹਾਈ ਜੀ ਮੇਰੀ, ਮੈਂ ਉੱਥੇ ਮੰਡੀ ਕਿਲਿਆਂ ਵਾਲੀ ਉੱਥੇ ਸਕੂਲ ਹੈ ਜੀ, ਬਾਲ ਮੰਦਿਰ ਸਕੂਲ, ਮੇਰੀ ਸਕੂਲਿੰਗ ਉੱਥੋਂ ਦੀ ਹੈ ਤੇ ਮੈਂ ਜੈਤੋ ਵੀ ਪੜ੍ਹਿਆ ਜੀ, ਬਠਿੰਡੇ ਦੇ ਨੇੜੇ। ਮਤਲਬ ਕਿ ਇੱਕ ਗਲੀ ਟੱਪ ਕੇ ਪੰਜਾਬ 'ਚ ਪੜ੍ਹਾਈ ਕਰ ਲਈ ਫਿਰ। ਚਾਰਵੀ ਜੀ, ਤੁਹਾਡਾ बहुत-बहुत स्वागत है। तुसी कित्थों हो पंजाब तो? मैं फरीदाबाद से हूँ, दिल्ली से। अरे वाह, फरीदाबाद से है। पंजाबी का जो मेल है, फिर गली टप के पीछे नु जाके फिर अच्छा ठीक है। फिर ये सिलसिला कितना शुरू होया? ये सिलसिला ऑस्ट्रेलिया के शुरू हुआ था। ऑस्ट्रेलिया आके शुरू हुआ? हाँ जी। अच्छा जी। तो जेडी मैरिज है इंडिया से नहीं करवाई सीगी? यहाँ कोर्ट मैरिज हुई थी पहले सितंबर में। अच्छा। सितंबर 2017। फिर हम लोग वापस गए थे, फिर वहाँ फैमिली के साथ प्रॉपर जैसे मैरिज सेरेमनी इंडियन तरीके से होती है वो। पहला मैरिज है? हाँ जी। बिल्कुल, मैंने पूछना भी नहीं चाहिए। ਉਹਦੇ ਪਿੱਛੇ ਵੀ ਜੀ ਇੱਕ ਬੜੀ ਇੰਟਰਸਟਿੰਗ ਜੀ ਸਟੋਰੀ ਹੈ ਜੀ ਕਿ ਜਦੋਂ ਅਸੀਂ ਮਿਲੇ ਤਾਂ ਮਤਲਬ ਮੈਂ ਸਟੂਡੈਂਟ ਆਇਆ ਜੀ 2014 ਦੇ ਵਿੱਚ ਇੱਥੇ। ਅੱਛਾ। ਤੇ ਮਤਲਬ ਮੇਰਾ ਦੋਸਤ ਹੈ ਜੀ, ਬਹੁਤ ਕਰੀਬੀ ਦੋਸਤ ਹੈ, ਨਵਦੀਪ ਸਿੰਘ, ਤੇ ਉਹਨੇ ਮੈਨੂੰ ਸੇਲਸ ਦੇ ਵਿੱਚ ਸੀਗਾ ਜੀ ਇੱਥੇ ਉਹ। ਅੱਛਾ। ਤਾਂ ਮੇਰਾ ਜਿਹੜਾ ਪਹਿਲਾ ਕੰਮ ਹੈ ਜੀ ਮੈਂ ਉਹਦੇ ਨਾਲ ਸ਼ੁਰੂ ਕੀਤਾ ਸੀ। ਆਲਰਾਈਟ। ਤੇ ਕੀ ਹੋਇਆ ਕਿ ਜਦੋਂ ਮਤਲਬ ਸਾਡੇ ਮੇਲ ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਕਿ ਉਸ ਟਾਈਮ ਦੇ ਉੱਪਰ ਸਾਡਾ ਕੰਮ ਬਿਲਕੁਲ ਵੀ ਨਹੀਂ ਚੱਲ ਰਿਹਾ ਸੀ। ਤੇ ਮੈਨੂੰ ਕਿਸੇ ਦੇ ਘਰ ਮਤਲਬ ਇਸ ਤਰੀਕੇ ਨਾਲ ਡਰਾਈਵਿੰਗ ਲਈ ਮੈਂ ਜਾਂਦਾ ਸੀ, ਉਹਨਾਂ ਦਾ ਬੱਚਾ ਮੈਂ ਸਕੂਲ ਛੱਡ ਕੇ ਆਉਂਦਾ ਸੀ ਜੀ। ਓਕੇ। ਤੇ ਉਹ ਕੀ ਹੋਇਆ ਕਿ ਬਾਈ ਚਾਂਸ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਕਿਉਂਕਿ ਮੈਂ ਇੰਡੀਆ ਦੇ ਵਿੱਚ ਨਾਟਕ ਖੇਡਦਾ ਸੀ ਜੀ। ਤੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਇਸ ਤਰੀਕੇ ਨਾਲ ਵੀ ਅਸੀਂ ਇੱਥੇ ਇੱਕ ਨਾਟਕ ਆਰਗੇਨਾਈਜ਼ ਕਰਾ ਰਹੇ ਹਾਂ। ਤਾਂ ਉਹ ਕੀ ਸੀਗਾ, ਕ੍ਰਿਸ਼ਨ ਜੀ ਦਾ ਨਾਟਕ ਆਰਗੇਨਾਈਜ਼ ਕਰਾ ਰਹੇ ਸੀ, ਥੀਏਟਰ ਦੇ ਨਾਲ ਰਿਲੇਟਡ ਸੀ ਤੁਸੀਂ? ਅੱਛਾ। ਤੇ ਕ੍ਰਿਸ਼ਨ ਜੀ ਦਾ ਨਾਟਕ ਆਰਗੇਨਾਈਜ਼ ਕਰਾ ਰਹੇ ਸੀ। ਮੈਂ ਉੱਥੇ ਪਹੁੰਚਿਆ ਤੇ ਉੱਥੇ ਮੈਨੂੰ ਚਾਰਵੀ ਪਹਿਲੀ ਵਾਰੀ ਦਿਸੀ ਤੇ ਉਹ ਜਿਵੇਂ ਇੱਕ ਹੁੰਦਾ ਨਾ ਜੀ ਕਿ ਇਨਸਟਿੰਕਟ ਰੱਬ ਵੱਲੋਂ ਹੋਈ ਕਿ ਯਾਰ ਵੀ ਬਸ ਇਹਦੇ ਨਾਲ ਹੀ ਮੈਰਿਜ ਕਰਾਉਣੀ। ਕੀ ਬਾਤ ਹੈ। ਪਾਜੀ ਨੇ ਤਾਂ ਤੁਹਾਨੂੰ ਦੇਖ ਕੇ ਇੱਕੋ ਹੀ ਤਰਫ ਤੋਂ ਜਿਹੜਾ ਪਿਆਰ ਦੀਆਂ ਲਹਿਰਾਂ ਸੀਗੀਆਂ ਉਹ ਬਛਾਤੀਆਂ, ਤੇ ਤੁਹਾਡਾ ਹੈਗਾ ਸੀਗਾ ਮਨ ਇਹਨੂੰ ਮੁੰਡੇ ਨੂੰ ਦੇਖ ਕੇ ਕਿ ਹੀ ਇਜ਼ ਦ ਰਾਈਟ ਚੋਇਸ? एक्चुअली हमारी सेम टाइम पे ही आई कांटेक्ट हुआ था, तो देयर वाज समथिंग कि मतलब जो हुआ बट ਤੇ ਮਤਲਬ ਕਿ ਦੋਨੇ ਪਾਸੇ ਇਹ ਚੀਜ਼ ਹੋਈ ਹੈ, ਇੱਕ ਪਾਸੇ ਹੀ ਨਹੀਂ ਸੀਗਾ। बट उस टाइम ऐसा नहीं था। वी वर फ्रेंड्स, हम थोड़े टाइम तक फ्रेंड्स थे। और फिर उसके बाद अमन ने प्रपोज किया था। अच्छा। हाँ जी। घर दे मान गए सी क्योंकि कल्चर गैप है ਤੁਹਾਡੇ ਚ? ਕਿਉਂਕਿ ਮੈਂ ਤਾਂ ਜੀ ਪਹਿਲੇ ਦਿਨ ਤੋਂ ਸ਼ੋਰ ਸੀ ਇਹਦੇ ਹਿਸਾਬ ਨਾਲ ਫਰੈਂਡ ਸੀ, ਪਰ ਮੈਂ ਤਾਂ ਉਹਦੇ ਮਨ 'ਚ ਸੋਚੀ ਬੈਠਾ ਸੀ। ਅੱਛਾ, ਤੁਸੀਂ ਪਹਿਲੇ ਫੀਲਿੰਗ ਲਈ ਬੈਠੇ ਸੀਗੇ। ਅੱਛਾ। ਤੇ ਜਦੋਂ ਪੈਰੈਂਟਸ ਨੂੰ ਦੱਸਿਆ ਫਿਰ ਕੀ ਰਿਐਕਸ਼ਨ ਸੀਗਾ ਉਹਨਾਂ ਦਾ? ਤੁਸੀਂ ਆਪਣੇ ਪੈਰੈਂਟਸ ਨੂੰ ਦੱਸਿਆ ਪਹਿਲਾਂ? हाँ जी। तो एक्चुअली अमन हमारे घर आते रहते थे। अच्छा। तो मेरी मदर को अमन बहुत पसंद थे, तो वो कहते थे कि मेरा जो जवाई हो ऐसा हो। अच्छा। तो वो मुझसे पूछते रहते थे कि अमन ने कुछ कहा आपको, कोई बात हुई इस बारे में ऐसे ऐसे? तो मैंने कहा नहीं, कुछ नहीं, ऐसे कोई अभी बात नहीं हुई। तो फिर हम लोगों ने डिसाइड किया कि घर में बताते हैं। अब काफी टाइम हो गया जी। तो फिर उसके बाद हमने अपने पेरेंट्स से, मतलब मैंने अपने फादर से बात करी, क्योंकि मम्मी का तो श्योर था कि उनको पसंद है। तो मोस्टली फादर्स का होता है कि हाउ विल दे रिएक्ट, स्पेशली इन केस ऑफ डॉटर्स। तो फिर फादर से बात करी तो उन्होंने कहा कि अमन को घर बुलाओ, मैं उनसे बात करूंगा।
एंड देन फिर जब अमन घर आए तो मेरे मम्मा को नहीं पता था कि वो ये बात करने आ रहे हैं। अच्छा उनको था कि वैसे ही बिजनेस का कुछ डिस्कस करने और काम से रिलेटेड आ रहे। अच्छा बट जब उन्हें पता लगा शी वाज टोटली शॉक्ड, और फिर उन्होंने एक हफ्ते तक मुझसे बात भी नहीं करी कि यू डिडंट टेल मी। ਹਾਂ ਸਰਪ੍ਰਾਈਜ਼ ਦਿੱਤਾ ਮੰਮਾ ਨੂੰ, ਐ ਸ਼ੌਕ ਦੇ ਵਿੱਚ ਲੈ ਗਏ। ਓਕੇ ਠੀਕ ਹੈ। ਤੇ ਫਿਰ ਤੁਸੀਂ ਘਰ ਜਾ ਕੇ ਇਹਨਾਂ ਦੀ ਗੱਲਬਾਤ ਕੀਤੀ ਕਿ ਮੈਨੂੰ ਕੁੜੀ ਪਸੰਦ ਆ ਜੀ ਤੁਹਾਡੀ, ਮੈਂ ਵਿਆਹ ਕਰਾਉਣਾ ਚਾਹੁੰਦਾ ਹੈ। ਉਹ ਵੀ ਜੀ ਅਸੀਂ ਬਹੁਤ ਸੋਚਿਆ। ਫਿਰ ਮੈਂ ਜਿਵੇਂ ਮੈਂ ਤੁਹਾਨੂੰ ਗੱਲ ਕਰ ਰਿਹਾ ਜੀ, ਉਹ ਨਵਦੀਪ ਜਿਹੜਾ ਮੇਰਾ ਦੋਸਤ ਆ, ਫਿਰ ਅਸੀਂ ਡਿਸਕਸ ਕੀਤਾ ਯਾਰ ਵੀ ਅਸੀਂ ਗੱਲ ਕਰੀਏ ਕਿਵੇਂ। ਉਹ ਕਹਿੰਦਾ ਯਾਰ ਤੂੰ ਐਂ ਗੱਲ ਕਰਨੀ ਹੈ ਜਾ ਕੇ ਵੀ 4 ਮਹੀਨੇ ਤੁਹਾਨੂੰ ਦੱਸ ਹੀ ਦਿੱਤਾ ਹੋਣਾ ਜੀ ਤੁਹਾਡਾ ਕੀ ਵਿਚਾਰ। ਮੈਂ ਉੱਥੇ ਜਾ ਕੇ ਬੈਠਾ ਉਹਨਾਂ ਸਾਹਮਣੇ, ਮੈਂ ਉਹਨਾਂ ਨੂੰ ਐਂ ਕਿਹਾ, ਮੈਂ ਕਿਹਾ ਜੀ 4 ਮਹੀਨੇ ਤੁਹਾਨੂੰ ਦੱਸ ਹੀ ਦਿੱਤਾ ਹੋਣਾ ਤੁਹਾਡਾ ਕੀ ਵਿਚਾਰ। ਓਕੇ ਦੋਸਤੀ ਗੱਲ ਰਿਪੀਟ ਕਰਤੀ ਜਾ ਕੇ ਉੱਥੇ। ਫਿਰ ਇਹ ਕਾਰਗਰ ਸਾਬਤ ਹੋਈ ਕਿ ਨਹੀਂ? ਹਾਂਜੀ ਬਿਲਕੁਲ ਜੀ। ਚਲੋ ਜਿਉਂਦਾ ਰਹੇ ਤੁਹਾਡਾ ਦੋਸਤ ਹੈ ਜਿਹਨੇ ਸਹੀ ਰਾਹ ਪਾਤਾ। ਓਕੇ ਤੇ ਜਦੋਂ ਤੁਹਾਡੇ ਪੈਰੈਂਟਸ ਨਾਲ ਤੁਹਾਡੀ ਗੱਲ ਹੋਈ ਫਿਰ ਉਹ ਮੰਨ ਗਏ ਸੀ? ਹਾਂਜੀ ਉਹ ਮਤਲਬ ਕਿ ਮੈਂ ਡੈਡੀ ਨੂੰ ਫੋਨ ਕੀਤਾ, ਮੈਂ ਕਿਹਾ ਜੀ ਏਦਾਂ ਕਰਕੇ ਮੈਨੂੰ ਕੁੜੀ ਪਸੰਦ ਆ ਜੀ। ਮੈਂ ਕਿਹਾ ਡੈਡੀ ਜੀ ਵਿਆਹ ਕਰਾਉਣਾ ਜੀ ਮੈਂ ਤਾਂ। ਵਿਆਹ ਕਰਾਉਣਾ? ਕਹਿੰਦੇ ਬੇਟੇ ਕੋਈ ਗੱਲ ਨਹੀਂ, ਕਹਿੰਦੇ ਜੇ ਜਿਵੇਂ ਤੁਹਾਨੂੰ ਠੀਕ ਲੱਗਦਾ ਠੀਕ ਹੈ। ਕਹਿੰਦੇ ਇੱਕ ਦਿਨ ਤੱਕ ਕਰਾਉਣੀ ਜਾਂ ਕਰਾ ਹੀ ਲੈ। ਪਰ 4ਵੀਂ ਦੇ ਫਾਦਰ ਨੇ ਮੈਨੂੰ ਬੜਾ ਏਦਾਂ ਦਾ ਜਵਾਬ ਦਿੱਤਾ ਕਿ ਮੈਂ श्योर नहीं हो पाया। और ਮੈਨੂੰ ਕਹਿੰਦੇ ਯਾਰ कोई बात नहीं, अभी घर वालों से मिलेंगे फिर बताएंगे। मैं फिर टंगा गया, मैं क्या यार, मैं क्या पता नहीं होने हाँ करनगे कि ना करनगे। ਤੇ ਫਿਰ ਕੀ ਹੋਇਆ ਨਾ, ਬਾਈ ਚਾਂਸ ਜੇ ਇਹਦੇ ਫਾਦਰ ਨੂੰ ਇੰਡੀਆ ਜਾਣਾ ਪੈ ਗਿਆ ਉਸ ਟਾਈਮ ਤੇ ਮੇਰੇ ਮਾਮਾ ਜੀ ਫਰੀਦਾਬਾਦ ਰਹਿੰਦੇ ਆ। ਅੱਛਾ ਤੇ ਉਦੋਂ ਮਤਲਬ ਉਹ ਇੰਡੀਆ ਕਿਸੇ ਕੰਮ ਲਈ ਗਏ ਸੀਗੇ ਤੇ ਮੈਂ 4ਵੀਂ ਨੂੰ ਕਿਹਾ, ਮੈਂ ਕਿਹਾ ਵੀ ਘਰਦਿਆਂ ਨੂੰ ਵੀ ਹੁਣ ਮਲਾਈ ਦਿਓ ਵੀ ਬਾਈ ਚਾਂਸ ਮੇਰੇ ਮਦਰ ਵੀ ਉੱਥੇ ਆਏ ਹੋਏ ਆ, ਤੁਹਾਡੇ ਫਾਦਰ ਆਲਰੇਡੀ ਉੱਥੇ ਆ ਜੀ। ਤੇ ਉਹ ਘਰੇ ਪਹੁੰਚੇ ਆ ਤੇ ਉਹਨਾਂ ਨੇ ਜਿਵੇਂ ਵੈਸੇ ਮਿਠਾਈ ਦਿੱਤੀ ਤੇ ਮੇਰੇ ਮੰਮਾ ਨੇ ਖੋਲ ਕੇ ਡੱਬਾ ਤਾਂ ਵੰਡਤਾ ਸਾਰਿਆਂ ਨੂੰ, ਕਹਿੰਦੇ ਜੀ ਵਧਾਈਆਂ ਜੀ ਵਧਾਈਆਂ। ਚਲੋ ਜੀ ਸ਼ਗਨ ਪੈ ਗਿਆ। ਮਾਮਾ ਜੀ ਮੰਮੀ ਨੂੰ ਕਹਿਣਗੇ ਵੀ ਹਜੇ ਗੱਲਬਾਤ ਤਾਂ ਹੋ ਲੈਂਦਾ, ਤੁਸੀਂ ਪਹਿਲਾਂ ਹੀ ਵਧਾਈਆਂ ਕਰਦੇ। ਪੰਜਾਬੀ ਵੈਸੇ ਹੀ ਕਿ ਖੁੱਲੇ ਹੁੰਦੇ ਨੇ ਨਾ, ਗੱਡੀ ਪਹਿਲਾਂ ਦਿੱਲੀ ਬੈਠੀ ਹੁੰਦੀ ਹੈ ਪਰ ਚਾਹ ਜਿਹੜਾ ਹੁੰਦਾ ਸਾਡੇ ਦਿਲਾਂ 'ਚ ਪੰਜਾਬ ਹੁੰਦਾ ਨਾ। ਅੱਛਾ ਵੈਰੀ ਨਾਈਸ ਹੈ। ਫਿਰ ਮਤਲਬ ਕਿ ਮੰਨ ਗਏ ਨਾ ਲਾਸਟ 'ਚ? ਹਾਂਜੀ ਹਾਂਜੀ ਬਿਲਕੁਲ। ਚਲੋ ਵਧੀਆ ਵਧੀਆ। ਫਿਰ ਕਿੰਨਾ ਟਾਈਮ ਲੱਗਿਆ ਵਿਆਹ ਹੋਣ ਨੂੰ? ਮਤਲਬ ਤੁਸੀਂ ਲਾ ਕੇ ਚੱਲੋ ਜੀ ਵਿਦਿਨ 6 ਮੰਥ ਸਾਡੀ ਮੈਰਿਜ ਹੋ ਗਈ ਜੀ। ਦੈਟਸ ਨਾਈਸ, ਬਹੁਤ ਵਧੀਆ ਬਹੁਤ ਵਧੀਆ। ਫਿਰ ਵਿਆਹ ਤੋਂ ਬਾਅਦ ਤਾਂ ਇੰਡੀਆ ਵਿਆਹ ਕਰਾਇਆ ਸੀ ਕਿ ਇੱਥੇ ਕਰਵਾਇਆ ਸੀ? ਇੱਥੇ ਕੋਰਟ ਮੈਰਿਜ ਕਰਾਈ ਸੀ ਜੀ ਇੰਡੀਆ, ਮਤਲਬ ਪ੍ਰੋਪਰ ਜਿਵੇਂ ਟ੍ਰੈਡੀਸ਼ਨਲ ਮੈਰਿਜ ਹੁੰਦੀ ਹੈ। ਅੱਛਾ ਆਲਰਾਈਟ ਠੀਕ ਹੈ, ਚਲੋ ਬਹੁਤ ਹੀ ਵਧੀਆ। ਤੇ ਜਦੋਂ ਤੁਸੀਂ ਆਸਟ੍ਰੇਲੀਆ ਆਏ ਹਨਾ, ਸਭ ਤੋਂ ਪਹਿਲਾਂ ਆ ਕੇ ਬ੍ਰਿਸਬਨ ਹੀ ਰਹਿ ਕੇ ਕਿਤੇ ਹੋਰ ਰਹਿੰਦੇ ਸੀਗੇ? ਨਹੀਂ ਜੀ, ਪਹਿਲਾਂ ਅਸੀਂ ਮਤਲਬ ਇਹਦੇ ਫਾਦਰ ਸਾਹਿਬ ਦਾ ਘਰ ਸੀਗਾ ਟੂੰਬਾ, ਤਾਂ ਅਸੀਂ 2 ਵੀਕ ਉੱਥੇ ਰਹੇ ਹਾਂ ਜੀ। ਤੇ ਫਿਰ ਮਤਲਬ ਕਿ ਅਜੇ ਮਤਲਬ ਕਿਉਂਕਿ ਮੈਂ ਸੇਲਸ ਦੀ ਜੌਬ ਕਰਦਾ ਸੀ ਜੀ, ਮੈਂ ਡੋਰ ਟੂ ਡੋਰ ਮਤਲਬ ਐਜ਼ ਅ ਸੇਲਸ ਪਰਸਨ ਕੰਮ ਕਰਦਾ ਸੀ। ਤੇ ਸਾਡਾ ਕੀ ਹੁੰਦਾ ਜੀ ਵੀ ਕਿਤੇ ਵੀ ਕੰਮ ਕਰ ਸਕਦੇ ਤੁਸੀਂ ਜੀ ਜੀ। ਫਿਰ ਮੈਂ 2 ਵੀਕ ਟੂੰਬਾ ਕੰਮ ਕੀਤਾ ਜੀ। ਫਿਰ ਮਤਲਬ ਫਿਰ ਅਸੀਂ ਬ੍ਰਿਸਬਨ ਮੂਵ ਹੋਏ, ਇੱਥੇ ਅਸੀਂ ਘਰ ਰੈਂਟ ਤੇ ਲਿਆ ਤੇ ਅਸੀਂ ਮਤਲਬ ਲਗਭਗ 2 ਸਾਲ ਰੈਂਟ ਕੀਤਾ ਜੀ ਘਰ। ਅੱਛਾ ਹਾਂਜੀ ਹਾਂਜੀ। ਤੇ ਹੁਣ ਕਿੱਥੇ ਰਹਿੰਦੇ ਹੋ ਇੱਥੇ ਬ੍ਰਿਸਬਨ 'ਚ? ਹੁਣ ਅਸੀਂ ਗ੍ਰਿਫਿਨ ਰਹਿੰਦੇ ਜੀ, ਉਸੇ ਸਬਬ ਚ ਜਿੱਥੇ ਅਸੀਂ ਰੈਂਟ ਕਰਦੇ ਸੀ ਉੱਥੇ ਹੁਣ ਅਸੀਂ ਘਰ ਬਾਈ ਕਰ ਲਿਆ ਜੀ। ਅੱਛਾ ਦੈਟਸ ਨਾਈਸ, ਕੰਗ੍ਰੈਚੁਲੇਸ਼ਨਸ। ਥੈਂਕ ਯੂ। ਅੱਛਾ ਤੇ ਜ਼ਿੰਦਗੀ ਦਾ ਸਫ਼ਰ ਇਸ ਤਰ੍ਹਾਂ ਹੀ ਸ਼ੁਰੂ ਹੋ ਗਿਆ ਤੁਹਾਡਾ ਬ੍ਰਿਸਬਨ ਦੇ ਵਿੱਚ ਆ ਕੇ। ਤੁਸੀਂ ਦੱਸਿਆ ਤੁਸੀਂ ਆਰਟਿਸਟ ਹੋ, ਤਾਂ ਫਿਰ ਕੁਝ ਇੱਥੇ ਕਰਦੇ ਹੋ ਆਰਟਿਸਟ ਨੂੰ ਜਿਉਂਦਾ ਰੱਖਣ ਲਈ? ਹਾਂਜੀ ਬਿਲਕੁਲ, ਅਸੀਂ ਰਿਚ ਵਿਰਸਾ ਭੰਗੜਾ ਅਕੈਡਮੀ ਦੇ ਨਾਮ ਤੋਂ ਸਾਡੀ ਅਕੈਡਮੀ ਹੈ ਜੀ ਇੱਥੇ। ਅੱਛਾ ਵੈਰੀ ਨਾਈਸ। ਅਸੀਂ ਲਗਭਗ ਜੀ 3 ਸਾਲ ਤੋਂ ਅਸੀਂ ਕਮਿਊਨਿਟੀ ਨੂੰ ਸਰਵ ਕਰ ਰਹੇ ਹਾਂ ਤੇ ਸਾਡੇ ਕੋਲ ਲਗਭਗ 160 ਸਟੂਡੈਂਟਸ ਹੈਗੇ ਜੀ ਸਾਡੀਆਂ ਸਾਰੀਆਂ ਅਕੈਡਮੀਜ਼ ਦੇ ਵਿੱਚ। ਹੁਣ ਅਸੀਂ ਸਿਡਨੀ ਵੀ ਤੇ ਗੋਲਡ ਕੋਸਟ ਵੀ ਅਸੀਂ ਓਪਨ ਕਰ ਰਹੇ ਹਾਂ ਜੀ ਇਨ ਕਮਿੰਗ ਫਿਊ ਵੀਕਸ। ਬਹੁਤ ਹੀ ਵਧੀਆ। ਕੀ ਸਿਖਾਉਂਦੇ ਹੋ ਫਿਰ ਬੱਚਿਆਂ ਨੂੰ ਉੱਥੇ? ਭੰਗੜਾ ਸਿਖਾਈਦਾ ਜੀ, ਫੋਕ ਭੰਗੜਾ ਸਿਖਾਈਦਾ, ਨਵੇਂ ਸੌਂਗਸ ਦੇ ਉੱਪਰ ਸਿਖਾਈਦਾ। ਤੇ ਬਾਕੀ ਫਿਰ ਅਸੀਂ ਇੱਕ ਵਾਰੀ ਜਦੋਂ ਬੱਚੇ ਰੈਡੀ ਹੋ ਜਾਂਦੇ ਜੀ ਅਸੀਂ ਉਹਨਾਂ ਦੀਆਂ ਸਟੇਜ ਪਰਫਾਰਮੈਂਸਿਸ ਵੀ ਕਰਾਉਣੇ ਆ। ਤਾਂ ਮਤਲਬ ਦੈਟ ਇਜ਼ ਵਾਟ ਮਤਲਬ ਜਿਹੜਾ ਅਸੀਂ ਕਮਿਊਨਿਟੀ ਲਈ ਕਰ ਰਹੇ ਹਾਂ। ਤੇ ਐਜ਼ ਅ ਪ੍ਰੋਫੈਸ਼ਨ ਮੈਂ ਮਤਲਬ ਮੈਂ ਮਕੈਨੀਕਲ ਇੰਜੀਨੀਅਰ ਹਾਂ ਜੀ। ਅੱਛਾ। ਤੇ ਮੈਂ ਆਪਣੀ ਸੋਲਰ ਕੰਪਨੀ ਰਨ ਕਰਦਾ ਜੀ। ਦੈਟਸ ਨਾਈਸ। ਤੇ ਫਿਰ ਪੰਜਾਬੀ ਦੇ ਆਫਰ ਆਉਂਦੇ ਨੇ ਤੁਹਾਨੂੰ ਕਿ ਸਾਡੇ ਘਰ ਦੇ ਵਿੱਚ ਸੋਲਰ ਲਾ ਦਿਓ? ਹਾਂਜੀ ਮਤਲਬ ਬਹੁਤ ਸਪੋਰਟਿਵ ਹੈ ਜੀ ਕਮਿਊਨਿਟੀ ਆਪਣੀ, ਅਸੀਂ ਆਪਦੇ ਵੱਲੋਂ ਬੈਸਟ ਦਿੰਦੇ ਹਾਂ ਜੀ ਤਾਂ ਉਹਨਾਂ ਵੱਲੋਂ ਵੀ ਪੂਰਾ ਪਿਆਰ ਮਿਲਦਾ ਜੀ ਸਾਨੂੰ। ਵੈਰੀ ਨਾਈਸ। ਤੇ ਚਾਰਵੀ ਤੁਸੀਂ ਕੀ ਕਰਦੇ ਹੋ? मैं मेडिकल सेंटर में इन द एडमिनिस्ट्रेशन डिपार्टमेंट में काम कर रही थी। अच्छा। बट अभी बेबी करके
I'm on leave. ਅੱਛਾ, ਵੈਰੀ ਨਾਈਸ। ਤੇ ਅਮਨ ਮੋਂਗਾ ਜੀ, ਤੁਸੀਂ ਇਹ ਦੱਸੋ ਮੈਨੂੰ ਕਿ ਭੰਗੜਾ ਵੀ ਤੁਸੀਂ, ਤੁਹਾਡਾ ਸ਼ੌਂਕ ਹੈ ਪਾਉਣ ਦਾ, ਹਨਾ, ਤੇ ਤੁਸੀਂ ਥੀਏਟਰ ਦੇ ਨਾਲ ਵੀ ਜੁੜੇ ਹੋਏ ਹੋ, ਸਭ ਕੁਝ ਕਰਦੇ ਹੋ, ਕਿ ਨਾਟਕ ਵਗੈਰਾ ਹੁਣ ਇੱਥੇ ਕਰਦੇ ਹੋ ਕਿ ਨਹੀਂ? ਨਾਟਕ ਦੇਖੋ ਜੀ, ਬਸ ਅਸੀਂ ਟਬੂੰਬਾ ਹੀ ਨਾਟਕ ਕੀਤੇ ਜੀ। ਅੱਛਾ। ਜਦੋਂ ਇੱਥੇ ਮਤਲਬ ਕ੍ਰਿਸ਼ਨ ਜੀ ਦੇ ਜਾਂ ਰਾਮਲੀਲਾ ਵੀ ਕੀਤੀ ਇੱਕ ਵਾਰੀ ਜੀ। ਤੇ ਬਟ ਬ੍ਰਿਸਬੇਨ ਆ ਕੇ ਮੈਂ ਨਾਟਕ ਨਹੀਂ ਕਦੇ ਕੀਤੇ ਜੀ, ਕਿਉਂਕਿ ਸਾਡਾ ਉਦਾਂ ਦਾ ਕੋਈ ਗਰੁੱਪ ਨਹੀਂ ਮਿਲਿਆ ਜੀ ਸਾਨੂੰ। ਤੇ ਬਟ ਹਾਂ, ਬੱਚਿਆਂ ਨੂੰ ਅਸੀਂ ਜਦੋਂ ਭੰਗੜਾ ਸਿਖਾਉਂਦੇ ਆ ਤਾਂ ਉਹਨਾਂ ਦੀਆਂ ਵਿੱਚ ਹੀ ਅਸੀਂ ਕੋਰੀਓਗ੍ਰਾਫੀਜ਼ ਦੇ ਵਿੱਚ ਥੋੜੀ ਐਕਟਿੰਗ ਉਹਨਾਂ ਨੂੰ ਕਰਵਾ ਦਿੰਦੇ ਹਾਂ। ਬਹੁਤ ਸੋਹਣੀ ਲੱਗਦੀ ਹੈ ਨਾ ਜਦੋਂ ਬੱਚੇ ਭੰਗੜਾ ਪਾਉਂਦੇ ਤੇ ਨਾਲ ਕੁਝ ਕੋਰੀਓਗ੍ਰਾਫੀ ਹੋਵੇ, ਕੁਝ ਡਾਇਲੌਗਸ ਹੋਣ, ਹਨਾ, ਉਹ ਬੜਾ ਪਿਆਰਾ ਲੱਗਦਾ, ਬਹੁਤ ਹੀ ਸੋਹਣਾ ਲੱਗਦਾ। ਤੇ ਬ੍ਰਿਸਬੇਨ ਦੇ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਤਾਂ ਤੁਹਾਨੂੰ ਕੋਈ ਨਾ ਕੋਈ ਕੰਟੈਕਟ ਕਰਦਾ ਹੀ ਹੋਣਾ ਨਾ, ਕਿਉਂਕਿ ਤੁਹਾਡੀ ਆਬਵੀਅਸਲੀ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਬੱਚਿਆਂ ਦੇ ਉੱਤੇ, ਹਨਾ। ਸੋ ਜਿਹੜੇ ਬੱਚੇ ਛੋਟੇ ਭੰਗੜਾ ਪਾਉਂਦੇ ਹੁੰਦੇ, ਇਹ ਹੋਲੀ ਮੇਲੇ ਦੇ ਵਿੱਚ ਵੀ ਬੱਚਿਆਂ ਨੇ ਭੰਗੜਾ ਪਾਇਆ ਸੀ, ਤੁਹਾਡੀ ਟੀਮ ਵੱਲੋਂ? ਸਾਡੀ ਟੀਮ ਸੀਗੀ ਜੀ। ਵੈਰੀ ਨਾਈਸ, ਦੈਟ ਵਾਸ ਰੀਲੀ ਫੈਂਟੈਸਟਿਕ ਪ੍ਰੋਗਰਾਮ ਨਾ, ਉਹਨਾਂ ਨੇ ਇੰਨਾ ਵਧੀਆ ਭੰਗੜਾ ਪਾਇਆ। ਤੁਸੀਂ ਪੰਜਾਬ ਤੋਂ ਸਿੱਖ ਕੇ ਆਏ ਸੀ ਕਿ ਇੱਥੇ ਸਿੱਖਿਆ ਸੀ? ਹਾਂਜੀ, ਮੈਂ ਬੈਚਲਰ ਡਿਗਰੀ ਕੀਤੀ ਹੈ ਜੀ ਮਲੋਟ ਕਾਲਜ ਇੰਜੀਨੀਅਰਿੰਗ, ਤੇ ਉੱਥੇ ਜੀ ਮਤਲਬ 4 ਸਾਲ ਮੈਂ ਆਪਣੀ ਭੰਗੜਾ ਟੀਮ ਦੇ ਵਿੱਚ ਸੀਗਾ ਜੀ। ਅਸੀਂ ਮਤਲਬ ਇੰਟਰ ਜ਼ੋਨਲ ਫੈਸਟੀਵਲ, ਜ਼ੋਨਲ ਫੈਸਟੀਵਲ, ਜਿਹੜੇ ਯੂਥ ਫੈਸਟੀਵਲਸ ਹੁੰਦੇ ਜੀ, ਤਾਂ ਉੱਥੇ ਸਾਡੀ ਪਾਰਟਿਸਿਪੇਸ਼ਨ ਸੀਗੀ ਜੀ। ਤੇ ਮਤਲਬ ਅਸੀਂ ਕਾਫੀ ਫੈਸਟੀਵਲ ਵਿਨ ਵੀ ਕੀਤੇ ਜੀ। ਓ ਵਾਓ। ਤੇ ਮਤਲਬ ਬਹੁਤ ਕੜੀ ਮਤਲਬ ਤਪੱਸਿਆ ਕੀਤੀ ਜਦੋਂ ਭੰਗੜੇ ਦੇ ਵਿੱਚ ਸਾਡੀ 9 ਘੰਟੇ ਦੀ ਰਿਹਰਸਲ ਹੁੰਦੀ ਸੀ ਜੀ। ਜੀ, ਮੈਂ ਸਮਝ ਸਕਦੀ ਹਾਂ, ਮੈਂ ਵੀ ਗਿੱਧੇ ਵਿੱਚ ਹੁੰਦੀ ਸੀਗੀ, ਅੱਡੀਆਂ ਟੁੱਟ ਜਾਂਦੀਆਂ ਸੀਗੀਆਂ ਪ੍ਰੈਕਟਿਸ ਕਰਕੇ ਨਾ। ਯੂਥ ਫੈਸਟੀਵਲ ਜਦੋਂ ਆਉਂਦਾ ਉਦੋਂ ਪ੍ਰੈਕਟਿਸ ਬਹੁਤ ਜ਼ਿਆਦਾ ਹੁੰਦੀ ਆ ਨਾ, ਮੈਂ ਸਮਝ ਸਕਦੀ, ਕਿਉਂਕਿ ਨਾਲ ਹੀ ਭੰਗੜੇ ਦੀ ਟੀਮ ਹੁੰਦੀ ਸੀ ਸਾਡੀ, ਨਾਲ ਹੀ ਸਾਡੀ ਗਿੱਧੇ ਦੀਆਂ ਨਾ, ਤੇ ਕੋਚ ਨੇ ਸਾਨੂੰ ਲਗਾ ਲੈਣਾ ਸੀ 8-8 9-9 ਘੰਟੇ ਪ੍ਰੈਕਟਿਸ ਕਰਨੀ। ਤੇ ਚਾਰ ਵੀ ਤੁਸੀਂ ਵੀ ਭੰਗੜਾ ਗਿੱਧਾ ਸਿੱਖਿਆ ਕੁਛ ਇਹਨਾਂ ਦੇ ਅਕੈਡਮੀ ਤੋਂ? हाँ जी, 1-2 बार अमन के साथ ही परफॉर्म किया था शादी से पहले। अच्छा, वेरी नाइस। ਤਾਂ ਤੁਹਾਡਾ ਹੈਗਾ ਇਨ ਫਿਊਚਰ ਵੀ ਮੈਂ ਗਿੱਧਾ ਤੇ ਭੰਗੜਾ ਸਿੱਖਾਂ? हाँ जी, गिद्दे का है मुझे सीखने का। वेरी नाइस। ਗਿੱਧੇ ਦੀ ਟੀਮ ਵੀ ਬਣਾਉਣੀ ਚਾਹੀਦੀ ਹੈ, ਹਨਾ? ਹਾਂਜੀ, ਗਿੱਧਾ ਵੀ ਅਸੀਂ ਸ਼ੁਰੂ ਕਰਤਾ ਜੀ। ਅੱਛਾ, ਬਿਲਕੁਲ। ਸਾਡੀਆਂ ਮਤਲਬ ਜਿਹੜੀਆਂ ਲੋਕੇਸ਼ਨਸ ਤੇ ਅਸੀਂ ਭੰਗੜਾ ਸਿਖਾ ਰਹੇ ਸੀ, ਤਾਂ ਹੁਣ ਉੱਥੇ ਗਿੱਧੇ ਦੀਆਂ ਕਲਾਸਿਸ ਵੀ ਚੱਲ ਰਹੀਆਂ। ਅਰੇ ਵਾਹ, ਵੈਰੀ ਨਾਈਸ। ਚਲੋ ਉਹ ਵੀ ਹੁਣ ਸ਼ੁਰੂ ਹੋ ਗਿਆ, ਤਾਂ ਹੋਪਫੁਲੀ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ। ਆਲਰਾਈਟ, ਠੀਕ ਹੈ, ਬਹੁਤ ਵਧੀਆ। ਬੇਬੀ ਆਉਣ ਵਾਲਾ ਬਹੁਤ ਛੇਤੀ, ਹਨਾ, ਕਿਤੇ, ਕਿਉਂਕਿ ਆਰਟਿਸਟ ਦੇ ਜਿਹੜੇ ਬੱਚੇ ਹੁੰਦੇ ਆ ਨਾ, ਉਹ ਬੜੇ ਨਾ ਪਿਆਰੇ ਹੁੰਦੇ ਨੇ, ਤੇ ਉਹਨਾਂ ਦੇ ਮਨ ਦੇ ਵਿੱਚ, ਜਾਂ ਕਹਿ ਲਓ ਵੀ ਉਹਨਾਂ ਦੇ ਜੀਨਸ ਦੇ ਵਿੱਚ ਹੀ ਇੱਕ ਰਵਾਨਗੀ ਹੁੰਦੀ ਆ, ਜਾਂ ਕਹਿ ਲਓ ਇੱਕ ਚੰਚਲਤਾ ਹੁੰਦੀ ਹੈ, ਕਿਤੇ ਬੱਚਾ ਆਂਦੀ ਸਾਡੀ ਪਤਾ ਨਹੀਂ ਕਹੂਗਾ। ਮੈਨੂੰ ਸਾਰੇ ਐਂ ਛੇੜਦੇ ਰਹਿੰਦੇ ਜੀ ਕਿ ਬਈ ਉਹਨੇ ਆਉਂਦੇ ਹੀ ਕਹਿਣ ਲੱਗ ਗਿਆ ਨਾ, ਬੱਲੇ ਬੱਲੇ। ਅੱਛਾ, ਮੰਮਾ ਪਾਪਾ ਤੁਹਾਡੇ ਨਾਲ ਰਹਿੰਦੇ ਨੇ ਇੱਥੇ? ਮੇਰੇ ਜੀ ਮਦਰ ਇਨ ਲਾ ਮੇਰੇ ਨਾਲ ਰਹਿੰਦੇ ਜੀ। ਅੱਛਾ। ਤੇ ਮੇਰੇ ਫਾਦਰ ਤੇ ਮੇਰੇ ਮਦਰ ਇੰਡੀਆ ਜੀ। ਅੱਛਾ। ਤੇ ਉਹਨਾਂ ਦਾ ਵੀ ਉੱਥੇ ਸੋਲਰ ਦਾ ਹੀ ਬਿਜ਼ਨਸ ਹੈ ਜੀ। ਕੀ ਬਾਤ ਹੈ, ਪਰੰਪਰਾ ਚਲਾ ਰਹੇ ਹੋ ਜੀ। ਹਾਂਜੀ, ਇੰਡੀਆ 'ਚ ਵੀ ਸੋਲਰ ਦਾ ਸਿਸਟਮ। ਮੈਂ ਡੈਡੀ ਨੂੰ ਕਦੇ ਫੋਨ ਕਰਕੇ ਛੇੜ ਦਿੰਦਾ ਕਿ ਡੈਡੀ ਤੁਸੀਂ ਉੱਥੇ ਵੇਚੀ ਜਾਂਦੇ, ਅਸੀਂ ਇੱਥੇ ਵੇਚੀ ਜਾਂਦੇ। ਕੀ ਬਾਤ ਹੈ, ਕੰਮ ਇੱਕੋ ਹੀ ਹੈ। ਦੈਟਸ ਰੀਲੀ ਨਾਈਸ, ਹੈ ਨਾ? ਜਦੋਂ ਇੱਕੋ ਹੀ ਬਿਜ਼ਨਸ ਹੋਵੇ ਤਾਂ ਇੱਕੋ ਬਿਜ਼ਨਸ ਦੇ ਵਿੱਚ ਤੁਸੀਂ ਵੈਰੀ ਨਾਈਸ, ਹੈ ਨਾ? ਦੈਟਸ ਰੀਲੀ ਨਾਈਸ। ਤੇ ਇਨ ਫਿਊਚਰ ਕੀ ਪਲਾਨਸ ਨੇ ਤੁਹਾਡੇ? ਕੀ ਕਰਨਾ ਚਾਹੁੰਦੇ ਹੋ ਤੁਸੀਂ, ਜਿਹੜਾ ਤੁਹਾਨੂੰ ਦਿਮਾਗ ਦੇ ਵਿੱਚ ਹੋਵੇ ਕਿ ਮੈਂ ਆਸਟ੍ਰੇਲੀਆ ਆਇਆ ਤਾਂ ਮੈਂ ਆਹ ਅਪਰਚੁਨਿਟੀ ਜ਼ਰੂਰ ਲੈਣੀ ਆ? ਦੇਖੋ ਜੀ, ਮਤਲਬ ਇੱਥੇ ਆ ਕੇ ਇੰਨੇ ਸਾਲਾਂ ਦੇ ਵਿੱਚ ਜੀ ਆਹੀ ਫੀਲ ਕੀਤਾ ਕਿ ਮਤਲਬ ਲਾਈਫ ਬਹੁਤ ਛੋਟੀ ਆ, ਤੇ ਮਤਲਬ ਸਾਡਾ ਭੰਗੜੇ ਦਾ ਸ਼ੁਰੂ ਕਰਨ ਦਾ ਹੀ ਮੋਟਿਵ ਸੀਗਾ ਕਿ ਵੀ ਅਸੀਂ ਕੁਛ ਨਾ ਕੁਛ ਅਸੀਂ ਕਮਿਊਨਿਟੀ ਨੂੰ ਜ਼ਰੂਰ ਦੇ ਸਕੀਏ। ਤਾਂ ਲਾਈਫ ਦਾ ਜੀ ਅੱਗੇ ਮੋਟਿਵ ਇਹੀ ਹੈ ਕਿ ਮਤਲਬ ਵੱਧ ਤੋਂ ਵੱਧ ਅਸੀਂ ਐਸੀ ਚੀਜ਼ ਨੂੰ, ਜਿਹੜੀ ਸਾਨੂੰ ਮਹਾਰਾਜ ਨੇ ਕਲਾ ਬਖਸ਼ੀ ਹੈ, ਅਸੀਂ ਇਸ ਚੀਜ਼ ਨੂੰ ਐਕਸਪੈਂਡ ਕਰਨਾ ਚਾਹੁੰਦੇ ਹਾਂ, ਤੇ ਹੌਲੀ ਹੌਲੀ ਕਰ ਰਹੇ ਹਾਂ ਜੀ। ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜੀ ਹੋ ਸਕਦਾ ਆਲ ਓਵਰ ਆਸਟ੍ਰੇਲੀਆ ਅਸੀਂ ਮਤਲਬ ਰਿਚ ਵਿਰਸਾ ਭੰਗੜਾ ਅਕੈਡਮੀ ਮਤਲਬ ਅਸੀਂ ਚਲਾਈਏ ਜੀ। ਤੇ ਜਿਹੜੇ ਵੀ ਬੱਚਿਆਂ ਕੋਲੇ ਮਤਲਬ ਅੱਜ ਜਿਹੜੇ ਬੱਚਿਆਂ ਕੋਲ ਇਹ ਚੀਜ਼ ਨਹੀਂ ਪਹੁੰਚ ਰਹੀ, ਤਾਂ ਸਾਨੂੰ ਐ ਲੱਗਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਨੂੰ ਜ਼ਰੂਰ ਉਡੀਕ ਰਿਹਾ ਹੈ ਕਿ ਬਈ ਕਦੋਂ ਸਾਡੇ ਕੋਲ ਕੋਈ ਓਪਰਚੁਨਿਟੀ ਆਊਗੀ ਜਿੱਥੇ ਅਸੀਂ ਆਹ ਚੀਜ਼ ਸਿੱਖ ਸਕੀਏ। ਜੀ ਬਿਲਕੁਲ, ਵੈਰੀ ਨਾਈਸ। ਮਤਲਬ ਉਹ ਹੈਗਾ ਜੀ ਕਿ ਲਾਈਫ ਦਾ ਮੋਟਿਵ ਇਹੀ ਹੈ ਕਿ ਬਈ ਉਸ ਚੀਜ਼ ਦੇ ਵਿੱਚ ਅੱਗੇ ਵਧਣਾ। ਬਾਕੀ ਜਿੱਥੇ ਤੱਕ ਰਹੀ ਕੰਮ ਦੀ ਗੱਲ ਜੀ, ਉਹ ਤਾਂ ਚੱਲੀ ਜਾਂਦਾ ਜੀ, ਉਹ ਸਾਰੀ ਦੁਨੀਆ ਹੀ ਕਰ ਰਹੀ ਹੈ ਜੀ, ਤੇ ਅਸੀਂ ਵੀ ਕਰ ਰਹੇ ਹਾਂ। ਤੇ ਬਟ ਜਿਹੜਾ ਅਸਲ ਦੇ ਵਿੱਚ ਜਿਹੜਾ ਮਕਸਦ ਹੈ ਵੀ ਉਸ ਕੰਮ ਨੂੰ ਵੀ, ਕੰਮ ਤੋਂ ਵੀ ਜਿਹੜਾ ਕੁਝ ਆਉਂਦਾ ਤਾਂ ਉਹਦਾ ਮਕਸਦ ਇਹ ਹੈ ਕਿ ਵੀ ਕਿਤੇ ਨਾ ਕਿਤੇ ਕਮਿਊਨਿਟੀ ਦੀ ਸੇਵਾ ਹੋਣੀ ਚਾਹੀਦੀ ਹੈ। ਵੈਰੀ ਨਾਈਸ। ਇਹ ਜਜ਼ਬਾ ਤੁਹਾਡਾ ਬਹੁਤ ਹੀ ਚੰਗਾ ਹੈ, ਤੇ ਇਨ ਫਿਊਚਰ ਵੀ ਰੱਬ ਕਰੇ ਤੁਹਾਡਾ ਇਦਾਂ ਹੀ ਇਹ ਜਜ਼ਬਾ ਬਰਕਰਾਰ ਰਹੇ। ਅੱਛਾ, ਮੈਂ ਤੁਹਾਡੇ ਤੋਂ ਹੁਣ, ਕਿਉਂਕਿ ਤੁਹਾਡੀ ਲਵ ਮੈਰਿਜ ਹੋਈ ਹੈ ਨਾ, ਤੁਹਾਡਾ ਆਪਸ ਵਿੱਚ ਕਿੰਨਾ ਕੁ ਤਾਲਮੇਲ ਹੈ? ਤੁਸੀਂ ਕਿੰਨਾ ਕੁ ਜਾਣਦੇ ਇੱਕ ਦੂਜੇ ਨੂੰ? ਮੈਂ ਕੁਐਸਚਨ ਪੁੱਛਣਾ ਤੁਹਾਨੂੰ, ਠੀਕ ਹੈ ਨਾ? ਪਹਿਲਾਂ ਤਾਂ ਮੈਂ ਚਾਰਵੀ ਤੋਂ ਪੁੱਛਿਆ। ਚਾਰ ਜੀ, ਤੁਸੀਂ ਦੱਸੋ ਕਿ ਭਾਜੀ ਦਾ ਫੇਵਰਿਟ ਕਲਰ ਕਿਹੜਾ? इनको ब्लैक
कलर अच्छा लगता है, लेकिन ਕਿਤੇ ये हमेशा ਅੱਜ ਦੇਖ ਕੇ ऐसा- ਤਾਂ ਨਹੀਂ ਕਿਹਾ ਕਿਤੇ ਅੱਜ ਬਲੈਕ ਪਾਇਆ ਹੈ? नहीं। हाँ जी। वैसे मैंने जब इनसे पूछा था तो इनका जवाब ये था कि हर चीज में अलग कलर, जैसे लाइक कोई Rainbow चीज तो में नहीं किस पसंद चीज किसी चीज में कोई कलर अच्छा लगता है, किसी चीज में कोई। तो मैंने यही पूछा था कि आपका फेवरेट कलर कौन सा, तो कहते कि वैसे ब्लैक अच्छा लगता है। फिर थोड़ी देर बाद कहते वो तो मैंने ऐसे ही कह दिया था अच्छा कि ठीक हर है। चीज में अलग अलग, अब ऐसे डिसाइड करके नहीं बता सकता कि जैसे फॉर एग्जांपल वॉचेस में या शर्ट्स में किसी में कोई कलर अच्छा लगता है, किसी में। ਅੱਛਾ ਮਤਲਬ ਕਿ ਔਨ ਦਾ ਸਪੌਟ ਹੀ ਚੂਜ਼ ਕਰਦੇ ਹੋ ਕਿ ਕਿਹੜੀ ਚੀਜ਼ ਦੇਖਣ ਨੂੰ ਵਧੀਆ ਲੱਗਦੀ ਦੇਖੋ ਹੈ। ਜੀ, ਰੰਗ ਤਾਂ ਰੱਬ ਨੇ ਸਾਰੇ ਸੋਹਣੇ ਹੀ ਬਣਾਏ ਇਹ ਤਾਂ ਹੈ ਜੀ, ਜੀ। ਜਿਹੜਾ ਪਾਇਆ ਜੱਜ ਹੈ ਜੀ ਬਸ ਉਹ ਵਧੀਆ। ਜੀ ਜੀ ਅੱਛਾ ਤੁਸੀਂ ਦੱਸੋ ਭਾਬੀ ਜੀ ਦਾ ਕਿਹੜਾ ਕਲਰ ਫੇਵਰੇਟ ਹੈ? ਦੇਖੋ ਜੀ, ਇਹਦਾ ਵੀ ਹਿਸਾਬ ਕਿਤਾਬ ਇਦਾਂ ਹੀ ਹੈ ਜੀ ਅੱਛਾ। ਕਿ ਇਹਨੂੰ ਵੀ ਮਤਲਬ ਇਹਦੀ ਚੋਇਸ ਬਹੁਤ ਸੋਹਣੀ ਹੈ ਜੀ ਡਰੈਸਸ ਦੀ, ਤਾਂ ਬਟ ਇਹ ਇਦਾਂ ਨਹੀਂ ਗਾ ਵੀ ਕਿ ਇਹਨੇ ਕੋਈ ਪਾਰਟਿਕੂਲਰ ਚੂਜ਼ ਕਰਨਾ ਕਲਰ, ਬਟ ਇਹਦੇ ਕੰਮ ਵਾਲੇ ਹਮੇਸ਼ਾ ਇਹਨੂੰ ਕਹਿੰਦੇ ਵੀ ਇਹ ਬਲੈਕ ਕਲਰ ਜ਼ਿਆਦਾ ਲਾਈਕ ਕਰਦੀ ਹੈ। ਫਿਰ ਤੁਹਾਡੇ ਦੇਖੋ ਜੀ ਫਿਰ ਤਾਂ ਕੰਬੀਨੇਸ਼ਨ ਮਿਲ ਗਿਆ। ਤੁਸੀਂ ਕਿਹਾ ਸਮਹਾਉ ਇਹ ਵੀ ਬਲੈਕ ਪਸੰਦ ਕਰਦੇ ਨੇ ਤੇ ਇਹ ਵੀ ਬਲੈਕ ਪਸੰਦ ਕਰਦੇ ਨੇ, ਤਾਂ ਸਮਝ ਸਕਦੇ ਹਾਂ, ਚਲੋ ਇਹਨੂੰ ਕਹਿੰਦੇ ਲਵ ਮੈਰਿਜ। ਠੀਕ ਹੈ ਜੀ। ਅੱਛਾ ਇੱਕ ਹੋਰ ਸਵਾਲ ਪੁੱਛਣਾ ਮੈਂ ਤੁਹਾਡੇ ਤੋਂ ਕਿ ਤੁਹਾਡੀ ਫੇਵਰੇਟ ਪਲੇਸ ਕਿਹੜੀ ਆ, ਜਾਂ ਜਾ ਚੁੱਕੇ ਹੋ ਜਾਂ ਜਾਣਾ ਚਾਹੁੰਦੇ ਹੋ? ਦੇਖੋ ਜੀ, ਮੈਂ ਤਾਂ ਮਤਲਬ ਮੇਰਾ ਯੂਰਪ ਜਾਣ ਦਾ ਸੀਗਾ ਜੀ ਕਿ ਮੈਂ ਯੂਰਪ ਜਾ ਕੇ ਘੁੰਮਾਂ, ਤੇ ਬਟ ਅਨਫੋਰਚੂਨੇਟਲੀ ਕੋਵਿਡ ਕਰਕੇ ਜੀ ਅਸੀਂ ਸਾਡਾ ਇਸ ਸਾਲ ਦਾ ਪਲਾਨ ਸੀਗਾ ਬਟ ਅਸੀਂ ਜਾ ਨਹੀਂ ਸਕੇ। ਅੱਛਾ। ਸੋ ਦੈਟ ਇਜ਼ ਦ ਵਨ ਪਲੇਸ ਲਾਈਕ ਯੂ نو ਵੀ ਜਿਹੜਾ ਅਸੀਂ ਜਾਣਾ ਚਾਹਾਂਗੇ ਜੀ ਫਿਊਚਰ ਦੇ ਵਿੱਚ। ਦੈਟਸ ਨਾਈਸ। ਤੁਸੀਂ ਵੀ ਨਾਲ ਹੀ ਘੁੰਮਣਾ ਕਿ ਤੁਹਾਡੀ ਵੱਖਰੀ ਸੋਚ ਹੈ? हमने यही डिसाइड किया था यूरोप जाने का, बट ड्यू टू कोविड ਅੱਛਾ कैंसिल हो गया। हाँ जी। ਆਲਰਾਈਟ। ਅੱਛਾ ਦੇਖੋ ਅਸੀਂ ਬਾਹਰਲੇ ਮੁਲਕ ਆਉਂਦੇ ਆ, ਸਾਡੀ ਜ਼ਿੰਦਗੀ ਦੇ ਵਿੱਚ ਉਤਰਾ ਚੜਾਅ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਆ। ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਡਾਊਨ ਟਾਈਮ ਆਇਆ ਹੋਵੇ ਜਿੱਥੇ ਤੁਸੀਂ ਬਹੁਤ ਜ਼ਿਆਦਾ ਦੁਖੀ ਮਹਿਸੂਸ ਕੀਤਾ ਹੋਵੇ? ਦੇਖੋ ਜੀ, ਦੁਖੀ ਤਾਂ ਮੈਂ ਨਹੀਂ ਕਹਿ ਸਕਦਾ ਕਦੇ ਮਹਿਸੂਸ ਕੀਤਾ, ਕਿਉਂਕਿ ਪਰਮਾਤਮਾ ਦੀ ਬੜੀ ਕਿਰਪਾ ਰਹੀ ਹੈ ਜੀ ਕਿ ਆਲਰੇਡੀ ਮਤਲਬ ਪੇਰੈਂਟਸ ਦੀ ਬੜੀ ਸਪੋਰਟ ਰਹੀ ਹੈ ਹਮੇਸ਼ਾ ਹੀ, ਫੈਮਿਲੀ ਦੀ ਬੜੀ ਸਪੋਰਟ ਰਹੀ ਹੈ। ਤੇ ਸਾਰਿਆਂ ਨਾਲੋਂ ਵੱਡੀ ਗੱਲ ਜੀ, ਮੈਂ ਮਤਲਬ ਮੈਡੀਟੇਸ਼ਨਸ ਤੇ ਮੈਂ ਯੋਗਾ ਫੋਲੋ ਕਰਦਾ ਓ ਜੀ, ਵੈਰੀ ਨਾਈਸ। ਤਾਂ ਦੈਟ ਇਜ਼ ਅ ਰੀਅਲੀ ਗੁੱਡ ਥਿੰਗ। ਮਤਲਬ ਕਿ ਉਹ ਤੁਹਾਨੂੰ ਕਦੇ ਜੇ ਤੁਸੀਂ ਹੋਵੋਗੇ ਵੀ ਤਾਂ ਤੁਹਾਨੂੰ ਕਲੈਰਿਟੀ ਦੇ ਦਿੰਦੀ ਹੈ ਜੀ ਮਾਈਂਡ ਤੇ ਦੀ। ਭੰਗੜਾ ਸੋਨੇ ਤੇ ਸੁਹਾਗੇ ਵਾਲੀ ਗੱਲ। ਵੈਸੇ ਵੀ ਫਿੱਟ ਰਹਿੰਦਾ ਬੰਦਾ, ਹਨਾ? ਬਿਲਕੁਲ ਜੀ, ਬਿਲਕੁਲ। ਤੇ ਦੀ ਮਤਲਬ ਉਹ ਟਾਈਮ, ਹਾਂ ਓਬਵੀਅਸਲੀ ਡਾਊਨਸ ਆਏ ਜੀ ਲਾਈਫ ਦੇ ਵਿੱਚ, ਜਦੋਂ ਕਦੇ ਕੰਮ ਨਹੀਂ ਸੀਗਾ ਤੇ ਕਦੇ ਕੁਛ ਨਾ ਕੁਛ ਮਤਲਬ ਏਦਾਂ ਦੀਆਂ ਸਿਚੁਏਸ਼ਨਸ ਰਹੀਆਂ ਲਾਈਫ ਦੇ ਵਿੱਚ ਜੀ, ਬਟ ਮਨ ਦੇ ਵਿੱਚ ਇੱਕ ਵਿਸ਼ਵਾਸ ਹੁੰਦਾ ਸੀ ਕਿ ਜੇ ਪਰਮਾਤਮਾ ਕੋਈ ਸਮਾਂ ਤੁਹਾਨੂੰ ਦਿਖਾ ਰਿਹਾ ਤਾਂ ਕੁਛ ਨਾ ਕੁਛ ਚੰਗਾ ਤਾਂ ਜ਼ਰੂਰ ਹੋਣਾ ਹੀ ਆ। ਤੇ ਫਿਰ ਚੰਗਾ ਕੀ ਨਿਕਲਿਆ ਵਿੱਚੋਂ ਇਹ ਵੀ ਦੱਸ ਦਿਓ। ਉਹ ਵੀ ਮੈਂ ਦੱਸ ਦਿੰਦਾ ਜੀ। ਮੈਂ ਜਿਵੇਂ ਤੁਹਾਨੂੰ ਪਹਿਲਾਂ ਮੈਂਸ਼ਨ ਕੀਤਾ ਜੀ ਕਿ ਚਾਰਵੀ ਮੈਨੂੰ ਉਸ ਡਾਊਨ ਟਾਈਮ ਦੇ ਦੌਰਾਨ ਹੀ ਮਿਲੀ ਕਿ ਏਦਾਂ ਦਾ ਟਾਈਮ ਆਇਆ ਕਿ ਬਿਲਕੁਲ ਵੀ ਕੰਮ ਨਹੀਂ ਸੀ, ਤਾਂ ਮੈਨੂੰ $80 ਪਰ ਵੀਕ ਮੈਂ ਕਿਸੇ ਦੇ ਬੱਚੇ ਨੂੰ ਜੀ ਛੱਡ ਕੇ ਆਉਂਦਾ ਸੀਗਾ ਸਕੂਲ ਦੇ ਵਿੱਚ। ਦੈਟ ਵਾਸ ਓਨਲੀ ਕਿ ਬਈ ਮੇਰੇ $80 ਪਰ ਵੀਕ? ਹਾਂਜੀ। ਤੇ ਉਹ ਮੈਨੂੰ ਮਤਲਬ $80 ਪਰ ਵੀਕ ਉਹ ਪੇ ਕਰਦੇ ਸੀ, ਬਟ ਉਹਦੇ ਨਾਲ ਕੀ ਸੀਗਾ ਕਿ ਮੇਰਾ ਕਾਰ ਦਾ ਫਿਊਲ ਦਾ ਖਰਚਾ ਨਿਕਲ ਜਾਂਦਾ ਸੀ ਇੱਕ ਵੀਕ ਦਾ ਜੀ। ਤੇ ਦੈਟ ਵਾਸ ਅ ਡਾਊਨ ਟਾਈਮ, ਬਟ ਉਹਦੇ ਵਿੱਚੋਂ ਕੀ ਹੋਇਆ ਕਿ ਮੇਰੇ ਕੰਟੈਕਟਸ ਬਣੇ ਜਿਹਦੇ ਕਰਕੇ ਮੈਂ ਥੀਏਟਰ ਦੇ ਵਿੱਚ ਪਹੁੰਚਿਆ, ਜਿਹੜਾ ਉਹਨਾਂ ਨੇ ਇਵੈਂਟ ਆਰਗੇਨਾਈਜ਼ ਕਰਾਉਣਾ ਸੀ, ਉੱਥੇ ਮੈਨੂੰ ਚਾਰ ਵੀ ਮਿਲੀ। ਤਾਂ ਉਹ ਜਿਹੜਾ ਵਿਸ਼ਵਾਸ ਸੀਗਾ ਜੀ ਮੇਰਾ, ਉਹ ਸੱਚ ਸਾਬਿਤ ਹੋਇਆ ਇਸੇ ਤਰੀਕੇ ਨਾਲ ਕਿ ਵੀ ਜੇ ਪ੍ਰਮਾਤਮਾ ਕੋਈ ਚੀਜ਼ ਤੁਹਾਨੂੰ ਦਿਖਾ ਰਿਹਾ ਤਾਂ ਤੁਸੀਂ ਉਸ ਨੂੰ ਝੱਲਣ ਦੇ ਕਾਬਿਲ ਹੋ, ਤਾਂ ਹੀ ਤੁਹਾਨੂੰ ਉਹ ਚੀਜ਼ ਦਿਖਾ ਰਿਹਾ ਜੀ। ਜੀ ਜੀ ਵੈਰੀ ਨਾਈਸ। ਚਾਰਵੀ ਤੁਹਾਡਾ ਕੋਈ ਸਪੈਸ਼ਲ ਇਦਾਂ ਦਾ ਮੋਮੈਂਟ? मैरिज के बाद जब हम मूव हुए ब्रिस्बेन में, तो क्योंकि मैंने ब्यूटी थेरेपी का कोर्स किया था, तो मैंने यहाँ एक सैलून है जब साइड में एला बैशे, वहाँ काम करना स्टार्ट किया। तो वहाँ पे पूरा दिन जैसे खड़ा रहना होता है, मतलब स्टैंडिंग जॉब, तो उस करके फिर मेरी बैक इश्यूज स्टार्ट हो गए। तो काम पे तो जाना होता था, बट यू नो कि जब आपको इतने इश्यूज हो रहे हैं फिजिकली एंड देन यू हैव टू गो टू वर्क एज वेल, तो फिर हम लोगों का इंडिया जाने का हुआ, तो मैंने ये डिसाइड कर लिया था कि वापस आके मतलब मुझे ये काम नहीं करना। उस जाने से थोड़ा टाइम पहले ही फिर अमन ने मतलब सपोर्ट किया और बोला कि लेट्स स्टार्ट योर ओन वर्क। तो फिर मैंने वो चीज़ें घर से स्टार्ट करनी शुरू कर दी, और फिर उसी दौरान मैं किसी के कांटेक्ट
में आई, बिकॉज मुझे ये एडमिनिस्ट्रेशन और सिटिंग जॉब्स ये मतलब कंप्यूटर जॉब्स ज़्यादा अच्छी लगती थी। तो फिर मैंने उनको बोला कि अगर आपको मतलब कोई भी आपको कोई भी मिले या आपको कोई भी ऐसा लगे कि जिसको नीड है तो I'll send over my resume। तो जब हम इंडिया से वापस आए तो फिर उनका मैसेज आया मेरे पास कि there is an opportunity if you want to go ahead। अच्छा। तो वही टाइम था मतलब जो काम पे जो मतलब मुझे सफ़र होता था, मेरे बैक इश्यूज फिर घर आके तो ऐसे मन भी नहीं करता था काम पे जाने का, बिकॉज इफ यू आर नॉट फीलिंग 100% तो दैट वाज द ओनली थिंग, अदरवाइज सब कुछ सही ठीक रहा। था। चलो, हाँ जी, ਬਹੁਤ ਹੀ ਅੱਛਾ, ਬਹੁਤ ਹੀ ਸੋਹਣੀ ਸਟੋਰੀ ਹੈ ਤੁਹਾਡੀ, ਹੈ ਨਾ। ਕਿਊਟ ਜੇ ਤੁਸੀਂ ਕਪਲ ਹੋ ਤੇ ਬਹੁਤ ਸੋਹਣੀਆਂ ਖੱਟੀਆਂ ਮਿੱਠੀਆਂ ਯਾਦਾਂ ਨੇ ਤੁਹਾਡੀ ਸਟੋਰੀ ਦੇ ਵਿੱਚ। ਕੋਈ ਸੰਦੇਸ਼ ਜਿਹੜਾ ਤੁਸੀਂ ਦੇਣਾ ਚਾਹੋਗੇ ਸਾਡੇ ਅੱਜ ਦੀ ਪੀੜ੍ਹੀ ਨੂੰ? ਅੱਜ ਦੀ ਪੀੜ੍ਹੀ ਨੂੰ ਜੀ ਬਸ ਆਹੀ ਸੰਦੇਸ਼ ਹੈ ਜੀ ਕਿ ਆਪਣੇ ਵਿਰਸੇ ਦੇ ਨਾਲ ਜੁੜੇ ਰਹੋ। ਤੇ ਮਤਲਬ ਉਹੀ ਹੈ ਕਿ ਜਿਹੜਾ ਮੈਂ ਆਪਣੀ ਲਾਈਫ ਦੇ ਵਿੱਚ ਫੀਲ ਕੀਤਾ ਜੀ ਕਿ ਦੇਖੋ ਉਹੀ ਛੋਟੀ ਜਿਹੀ ਲਾਈਫ ਹੈ ਜੀ ਇੱਕ, ਤੇ ਕੁਛ ਨਾ ਕੁਛ ਆਪਾਂ ਇੱਥੇ ਕੰਟਰੀਬਿਊਟ ਕਰਕੇ ਜਾਈਏ। ਆਪਾਂ ਨੂੰ ਪਰਮਾਤਮਾ ਨੇ ਬਹੁਤ ਕੁਝ ਦਿੱਤਾ, ਤੰਦਰੁਸਤ ਹੱਥ ਪੈਰ ਅੱਖਾਂ, ਮਤਲਬ ਇਹ ਚੀਜ਼ਾਂ ਖਰੀਦੇ ਵੀ ਨਹੀਂ ਮਿਲਦੀਆਂ ਜੀ। ਜੀ ਬਿਲਕੁਲ। ਤੇ ਹੁਣ ਆਪਣੀ ਇਹ ਰਿਸਪੌਂਸਿਬਿਲਿਟੀ ਹੈ ਤੇ ਜੇ ਉਹਨੇ ਆਪਾਂ ਨੂੰ ਇਸ ਕਾਬਿਲ ਬਣਾਇਆ, ਘੱਟ ਤੋਂ ਘੱਟ ਆਪਾਂ ਕੁਛ ਨਾ ਕੁਛ ਸੇਵਾ ਕਰਕੇ ਜਾਈਏ ਜੀ, ਕਿਤੇ ਕਿਸੇ ਵੀ ਤਰੀਕੇ ਨਾਲ ਸਰਵ ਕਰਕੇ ਜਾਈਏ, ਕਮਿਊਨਿਟੀ ਨੂੰ ਸਰਵ ਕਰਕੇ ਜਾਈਏ। ਤਾਂ ਇਹੀ ਮੈਂ ਮੈਸੇਜ ਦੇਣਾ ਚਾਹੂੰਗਾ ਜੀ ਕਿ ਜਦੋਂ ਤੁਸੀਂ ਇੱਕ ਤਰੀਕੇ ਨਾਲ ਇਹ ਚੀਜ਼ ਕਰਨੀ ਸ਼ੁਰੂ ਕਰਦੇ ਹੋ ਜੀ, ਤੁਹਾਡੀਆਂ ਲਾਈਫ ਦੀਆਂ ਦੂਸਰੀਆਂ ਚੀਜ਼ਾਂ ਭਾਵੇਂ ਉਹ ਤੁਹਾਡੇ ਮੋਨੇਟਰੀ ਇਸ਼ੂਜ਼ ਹੈ ਜਾਂ ਮਤਲਬ ਪਰਸਨਲ ਚੀਜ਼ਾਂ ਜੀ, ਉਹ ਸਾਰੀਆਂ ਆਪਣੇ ਆਪ ਹੀ ਸੋਲਵ ਹੋਣ ਲੱਗ ਜਾਂਦੀਆਂ ਜੀ। ਇਹ ਮੇਰੀ ਲਾਈਫ ਦਾ ਐਕਸਪੀਰੀਅੰਸ ਰਿਹਾ ਜੀ। ਬਹੁਤ ਹੀ ਸੋਹਣਾ ਮੈਸੇਜ ਦਿੱਤਾ ਤੁਸੀਂ ਸਾਡੇ ਦਰਸ਼ਕਾਂ ਨੂੰ ਤੇ ਅੱਜ ਦੀ ਪੀੜ੍ਹੀ ਨੂੰ। ਬਹੁਤ ਬਹੁਤ ਧੰਨਵਾਦ ਤੁਹਾਡਾ ਸਫ਼ਰ ਪ੍ਰੋਗਰਾਮ ਦਾ ਹਿੱਸਾ ਬਣਨ ਲਈ। ਸੋ ਦਰਸ਼ਕੋ, ਅੱਜ ਦਾ ਸਫ਼ਰ ਇੱਥੇ ਹੀ ਸਮਾਪਤ ਹੁੰਦਾ। ਨਵੇਂ ਐਪੀਸੋਡ ਨਾਲ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ। ਰੱਬ ਰਾਖਾ।